प्यारे बच्चों, समाजिक दी क्लास विच अज फिर तुहाडा स्वागत है। अज असीं 9वीं जमात दा पाठ दूजा इतिहास दा श्री गुरु नानक देव जी अते समकाली समाज इहदे बारे थोड़ा समझांगे, फिर माइंड मैप करांगे ते अंत विच इहदे अभ्यास दे जिहड़े प्रश्न उत्तर ने वो हल करांगे। बच्चों पहलां तुसीं देख सकदे हो तस्वीर दे उत्ते श्री गुरु नानक देव जी की तस्वीर हैगी। ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਕੌਣ ਸੀਗੇ। ਅੱਗੇ ਅਸੀਂ ਉਹਨਾਂ ਦਾ ਜੀਵਨ ਨਾਲ ਸੰਬੰਧਿਤ ਆ ਜਿਹੜਾ ਮਾਈਂਡ ਮੈਪ ਬਣਾਇਆ, ਤੁਸੀਂ ਵੀ ਉਹਨਾਂ ਦੀਆਂ ਕਾਪੀਆਂ ਦੇ ਉੱਪਰ ਨੋਟ ਕਰ ਸਕਦੇ ਹੋ ਬੱਚਿਓ। ਇਸ ਤੋਂ ਅੱਗੇ ਉਹਨਾਂ ਦੇ ਜਨਮ ਅਤੇ ਮਾਤਾ ਪਿਤਾ ਦੀ ਗੱਲ ਕਰਾਂਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਤੇ ਮਾਤਾ ਪਿਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਬੱਚਿਓ। ਉਹਨਾਂ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਜਾਂ ਫਿਰ ਕੱਤਕ ਦੀ ਪੂਰਨਮਾਸ਼ੀ ਨੂੰ ਵੀ ਕਹਿ ਦਿੰਦੇ ਆ। ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ। ਇਹਨਾਂ ਦੇ ਮਾਤਾ ਜੀ ਦਾ ਨਾਂ ਤ੍ਰਿਪਤਾ ਸੀ ਅਤੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਸੀ। ਉਹ ਪੇਸ਼ੇ ਵਜੋਂ ਪਟਵਾਰੀ ਸਨ ਅਤੇ ਇਹਨਾਂ ਦੀ ਇੱਕ ਭੈਣ ਸੀ ਬੀਬੀ ਨਾਨਕੀ। ਅੱਗੇ ਬਾਲ ਅਵਸਥਾ ਅਤੇ ਸਿੱਖਿਆ, ਇਹ ਆਪਣੀ ਉਮਰ ਦੇ ਬੱਚਿਆਂ ਵਾਂਗ ਹੀ ਖੇਡਣ ਕੁੱਦਣ ਵਿੱਚ ਆ ਜਿਹੜੀ ਉਹ ਘੱਟ ਰੁਚੀ ਰੱਖਦੇ ਸੀ, ਗੰਭੀਰ ਕਿਸਮ ਦੇ ਸੀ ਅਤੇ ਪੰਡਿਤ ਗੋਪਾਲ ਜੀ ਦੀ ਪਾਠਸ਼ਾਲਾ ਦੇ ਵਿੱਚ ਇਹਨਾਂ ਨੂੰ ਭੇਜਿਆ ਗਿਆ, ਜਿੱਥੇ ਇਹਨਾਂ ਨੇ ਦੇਵਨਾਗਰੀ ਅਤੇ ਗਣਿਤ ਦੀ ਵਿੱਦਿਆ, ਸੰਸਕ੍ਰਿਤ ਲਈ ਇਹ ਪੰਡਿਤ ਬ੍ਰਿਜ ਲਾਲ ਜੀ ਕੋਲ ਗਏ ਅਤੇ ਫਾਰਸੀ ਪੜ੍ਹਨ ਲਈ ਮੌਲਵੀ ਕੁਤਬਦੀਨ ਜੀ ਦੇ ਕੋਲ ਗਏ। ਇਹਦੋਂ ਅੱਗੇ ਇਹਨਾਂ ਦੀ ਜਨੇਊ ਦੀ ਰਸਮ, ਇਹਨਾਂ ਦੇ ਮਾਪਿਆਂ ਨੇ 9 ਸਾਲ ਦੇ ਜਦੋਂ ਇਹ ਹੋਏ, ਇਹਨਾਂ ਦੇ ਮਾਤਾ ਪਿਤਾ ਨੇ ਆਪਣੇ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਬੱਚਿਓ ਇਹਨਾਂ ਨੂੰ ਜਨੇਊ ਪਾਉਣਾ ਚਾਹਿਆ। ਸਾਰੇ ਰਿਸ਼ਤੇਦਾਰਾਂ ਨੂੰ ਸੱਦਿਆ ਗਿਆ ਤਾਂ ਇਹਨਾਂ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਇਹਨਾਂ ਨੇ ਆਖਿਆ ਕਿ ਮੈਨੂੰ ਸੂਤ ਦੇ ਧਾਗਿਆਂ ਦਾ ਨਹੀਂ, ਸਗੋਂ ਸਦਗੁਣਾਂ ਦੇ ਧਾਗਿਆਂ ਦਾ ਜਨੇਊ ਆ ਜਿਹੜਾ ਉਹ ਪਾਇਆ ਜਾਵੇ। ਇਸ ਤੋਂ ਬਾਅਦ ਆ ਗਏ ਇਹਨਾਂ ਦੇ ਭਿੰਨ ਭਿੰਨ ਕਿੱਤੇ। ਗੁਰੂ ਜੀ ਨੇ ਨੂੰ ਪਹਿਲਾਂ ਮੱਝਾਂ ਚਰਾਉਣ ਦਾ ਕੰਮ ਦਿੱਤਾ ਗਿਆ, ਫਿਰ ਇਹਨਾਂ ਨੂੰ ਵਪਾਰ ਕਰਾਉਣਾ ਚਾਹਿਆ, ਫਿਰ ਸੱਚਾ ਸੌਦਾ ਦੀ ਘਟਨਾ ਜਿਹੜੀ ਬਹੁਤ ਹੀ ਸਾਰੇ ਬੱਚੇ ਉਹਨੂੰ ਜਾਣਦੇ ਆ ਉਹਦੇ ਬਾਰੇ। ਤਾਂ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਜੀ ਨੇ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ, ਪਰੰਤੂ ਆਪ ਜੀ ਨੇ ਚੂੜਕਾਨੇ ਨਾਂ ਦੇ ਪਿੰਡ ਵਿੱਚ ਭੁੱਖੇ ਸਾਧੂਆਂ ਅਤੇ ਸੰਤਾਂ ਨੂੰ ਭੋਜਨ ਛਕਾ ਦਿੱਤਾ, ਜਿਸ ਦੇ ਨਾਲ ਆਪਦੇ ਪਿਤਾ ਜੀ ਸੀ ਜਿਹੜੇ ਬਹੁਤ ਨਾਰਾਜ਼ ਹੋਏ। ਇਸ ਘਟਨਾ ਨੂੰ ਸੱਚਾ ਸੌਦਾ ਵੀ ਕਿਹਾ ਜਾਂਦਾ ਗਾ। ਅੱਗੇ ਆ ਗਿਆ ਇਹਨਾਂ ਦਾ ਵਿਆਹ। ਆਪ ਜੀ ਦਾ ਮਨ ਬਦਲਣ ਲਈ ਗੁਰੂ ਜੀ ਦਾ ਵਿਆਹ ਹੈ ਜਿਹੜਾ ਬਟਾਲਾ ਨਿਵਾਸੀ ਮੂਲ ਰਾਜ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਕਰ ਦਿੱਤਾ ਗਿਆ। ਆਪ ਜੀ ਦੇ 2 ਪੁੱਤਰ ਸ਼੍ਰੀ ਚੰਦ ਅਤੇ ਲਖਮੀ ਚੰਦ ਜੀ ਦਾ ਜਨਮ ਹੋਇਆ। ਉਸ ਤੋਂ ਬਾਅਦ ਮਹਿਤਾ ਕਾਲੂ ਜੀ ਨੇ ਆਪ ਜੀ ਨੂੰ ਆਪ ਜੀ ਦੇ ਜੀਜਾ ਜੀ ਜੈ ਰਾਮ ਜੀ ਦੇ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ, ਜਿੱਥੇ ਉਹਨਾਂ ਨੇ ਆਪ ਜੀ ਨੂੰ ਮੋਦੀ ਖਾਨੇ ਦੇ ਵਿੱਚ ਨੌਕਰੀ 'ਤੇ ਲਵਾ ਦਿੱਤਾ। ਇਸ ਤੋਂ ਅਗਲਾ ਜਿਹੜਾ ਸਾਡਾ ਪੁਆਇੰਟ ਆ ਉਹ ਆ ਗਿਆ ਗਿਆਨ ਦੀ ਪ੍ਰਾਪਤੀ। ਆਪ ਰੋਜ਼ ਬੇਈ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਸੀ, ਪਰੰਤੂ ਇੱਕ ਦਿਨ ਜਦੋਂ ਆਪ ਇਸ਼ਨਾਨ ਕਰਨ ਗਏ ਤਾਂ ਉੱਥੇ ਹੀ ਆਪ ਨਦੀ ਦੇ ਕੰਢੇ ਤੇ ਜੰਗਲਾਂ ਵਿੱਚ 3 ਦਿਨ ਅੰਤਰ ਧਿਆਨ ਰਹੇ ਅਤੇ ਇਸੇ ਸਮੇਂ ਕਹਿੰਦੇ ਆ ਵੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ। ਇਸ ਤੋਂ ਬਾਅਦ ਗੁਰੂ ਜੀ ਨੇ ਸਿੱਖਾਂ ਨੂੰ, ਆਮ ਲੋਕਾਂ ਨੂੰ ਵਾਧੂ ਦੇ ਰੀਤੀ ਰਿਵਾਜਾਂ, ਕਰਮ ਕਾਂਡਾਂ ਦੇ ਵਿੱਚੋਂ ਬਾਹਰ ਕੱਢਣ ਲਈ ਆਪਣੀਆਂ ਯਾਤਰਾਵਾਂ ਆਰੰਭ ਕੀਤੀਆਂ, ਜਿਨ੍ਹਾਂ ਨੂੰ ਅਸੀਂ ਉਦਾਸੀਆਂ ਵੀ ਕਹਿ ਦਿੰਦੇ ਹਾਂ। ਆਪ ਜੀ ਨੇ 4 ਉਦਾਸੀਆਂ ਕੀਤੀਆਂ 1500 ਈਸਵੀ ਤੋਂ ਸ਼ੁਰੂ ਕਰਕੇ 1521 ਈਸਵੀ ਤੱਕ। ਇਹਨੂੰ 1499 ਜਾਂ 1500 ਸਾਡੀ 10ਵੀਂ ਦੀ ਬੁੱਕ ਵਿੱਚ ਬੱਚਿਓ 1500 ਈਸਵੀ ਤੋਂ ਹੈ। ਤਾਂ ਅੱਗੇ ਇਹਨਾਂ ਦੀਆਂ ਉਦਾਸੀਆਂ ਦਾ ਤੁਸੀਂ ਜਿਹੜਾ ਮਾਈਂਡ ਮੈਪ ਆ ਬੱਚੋ ਦੇਖ ਸਕਦੇ ਹੋ। ਪਹਿਲੀ ਉਦਾਸੀ ਦੇ ਵਿੱਚ ਗੁਰੂ ਜੀ ਕਿੱਥੇ ਕਿੱਥੇ ਗਏ, ਉਦਾਸੀ ਹੈ ਜਿਹੜੀ ਮਾਈਂਡ ਮੈਪ ਆ ਤੁਸੀਂ ਇਹ ਤੋਂ ਦੇਖ ਸਕਦੇ ਹੋ। ਅੱਗੇ ਅਸੀਂ ਨਕਸ਼ੇ ਦੇ ਵਿੱਚ ਵੀ ਜਿਹੜਾ ਉਹ ਸਥਾਨ ਨੇ ਜਿਹੜੇ ਦਿਖਾਏ ਨੇ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਦੇ ਸਮੇਂ ਗਏ ਸੀ। ਦੂਜੀ ਉਦਾਸੀ ਦਾ ਮਾਈਂਡ ਮੈਪ ਆ ਗਿਆ ਬੱਚੋ, ਦੇਖੋ ਇਹਦੇ ਵਿੱਚ ਵੀ ਸਾਰੇ ਸਥਾਨ ਆ ਜਿਹੜੇ ਉਹ ਦੱਸੇ ਗਏ ਆ ਕਿੱਥੇ ਕਿੱਥੇ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਸਮੇਂ ਗਏ ਸੀ, ਅਤੇ ਨਾਲ ਹੀ ਉਹਦੇ ਨਾਲ ਸੰਬੰਧਿਤ ਆ ਜਿਹੜਾ ਉਹ ਨਕਸ਼ਾ ਗਾ ਜਿਹਦੇ ਵਿੱਚ ਇਹਨਾਂ ਨੂੰ ਸਥਾਨਾਂ ਨੂੰ ਦੱਸਿਆ ਗਿਆ ਹੈਗਾ। ਅੱਗੇ ਆ ਗਈ ਤੀਜੀ ਅਤੇ ਚੌਥੀ ਉਦਾਸੀ। ਇਹਨੂੰ ਅਸੀਂ ਇਕੱਠਿਆਂ ਕਰ ਦਿੱਤਾ ਗਿਆ ਕਿਉਂਕਿ ਉਦਾਸੀਆਂ ਦੇ ਵਿੱਚ ਭਰਮ ਭੁਲੇਖੇ ਨੇ ਜਿਨ੍ਹਾਂ ਦੇ ਬਾਰੇ ਕੁਛ ਜਾਣਕਾਰੀ ਹੈ ਜਿਹੜੀ ਸਹੀ ਨਹੀਂ ਹੈਗੀ, ਤਾਂ ਅਸੀਂ ਤੀਜੀ ਅਤੇ ਚੌਥੀ ਉਦਾਸੀ ਹੈ ਜਿਹੜੀ ਉਹਨੂੰ ਇਕੱਠਿਆਂ ਕਰ ਦਿੱਤਾ। ਇਸ ਸਮੇਂ ਗੁਰੂ ਜੀ ਮੁਸਲਮਾਨਾਂ ਵਾਲੇ ਇਲਾਕਿਆਂ ਵਿੱਚ, ਦੇਸ਼ਾਂ ਵਿੱਚ ਜ਼ਿਆਦਾ ਯਾਤਰਾ ਕੀਤੀ, ਤਾਂ ਉਹਨਾਂ ਨੇ ਹਾਜੀ ਵਾਲਾ ਨੀਲਾ ਜਿਹੜਾ ਪਹਿਰਾਵਾ ਉਹ ਪਹਿਨਿਆ ਸੀ।
ਇਹ ਅਸੀਂ ਨਕਸ਼ੇ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਤੀਜੀ ਉਦਾਸੀ ਦੇ ਸਥਾਨ ਅਤੇ ਫਿਰ ਨਕਸ਼ੇ ਦੇ ਵਿੱਚ ਚੌਥੀ ਉਦਾਸੀ ਦੇ ਸਥਾਨ। ਇਸ ਤੋਂ ਉਸ ਸਮੇਂ ਜਿਹੜਾ ਰਾਜ ਸੀ ਉਹ ਸੋਧੀ ਸੁਲਤਾਨਾਂ ਦੇ ਅਧੀਨ ਸੀ ਪੰਜਾਬ ਦਾ। ਤੁਸੀਂ ਮਾਈਂਡ ਮੈਪ ਦੇਖ ਸਕਦੇ ਹੋ। ਬਹਿਲੋਲ ਖਾਂ ਲੋਧੀ, ਸਿਕੰਦਰ ਲੋਧੀ ਤੇ ਫਿਰ ਸੀ ਇਬਰਾਹਿਮ ਲੋਧੀ। ਇਸ ਤੋਂ ਬਾਅਦ ਦੌਲਤ ਖਾਂ ਲੋਧੀ ਦਾ ਫਿਰ ਬਾਬਰ ਨਾਲ ਗੱਠਜੋੜ ਹੋਇਆ ਤੇ ਆਲਮ ਖਾਂ ਤੇ ਫਿਰ ਆਖੀਰ ਨੂੰ ਬਾਬਰ ਦੀ ਪੰਜਾਬ ਤੇ ਜਿੱਤ ਹੋਈ। ਇਸ ਤੋਂ ਬਾਅਦ ਅਸੀਂ ਉਸ ਸਮੇਂ ਦੀ ਸਮਾਜਿਕ ਅਵਸਥਾ ਬਾਰੇ ਗੱਲ ਕਰਾਂਗੇ। ਮੁਸਲਮਾਨਾਂ ਦੀ ਸਮਾਜਿਕ ਦਸ਼ਾ ਆ ਗਈ, ਉਹ ਉੱਚ ਵਰਗ, ਮੱਧ ਵਰਗ ਤੇ ਨਿਮਨ ਵਰਗ ਦੇ ਵਿੱਚ ਜਿਹੜੇ ਸੀ ਵੰਡੇ ਹੋਏ ਸੀ। ਇਹ ਤੁਸੀਂ ਮੈਪ ਦੇ ਵਿੱਚ ਵੀ ਦੇਖ ਸਕਦੇ ਹੋ। ਅੱਗੇ ਹਿੰਦੂਆਂ ਦੀ ਦਸ਼ਾ ਆ ਗਈ, ਇਹ ਵੀ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਵਿੱਚ ਸੀ ਵੰਡੇ ਹੋਏ ਤੇ ਇਹਨਾਂ ਦੀ ਕੀ ਸਥਿਤੀ ਸੀ ਉਹ ਅਸੀਂ ਮਾਈਂਡ ਮੈਪ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਬੱਚਿਓ। ਅੱਗੇ ਆ ਗਿਆ ਇਸਤਰੀਆਂ ਦੀ ਸਥਿਤੀ। ਇਸਤਰੀਆਂ ਦੀ ਸਥਿਤੀ ਹੈ ਜਿਹੜੀ ਕੋਈ ਜ਼ਿਆਦਾ ਵਧੀਆ ਨਹੀਂ ਸੀ। ਸਿਰਫ ਮੁਸਲਮਾਨਾਂ ਦੇ ਸਮਾਜ ਵਿੱਚ ਉੱਚ ਵਰਗ ਦੀਆਂ ਜਿਹੜੀਆਂ ਇਸਤਰੀਆਂ ਸੀ ਉਹਨਾਂ ਦੀ ਹਾਲਤ ਸੀ ਜਿਹੜੀ ਉਹ ਚੰਗੀ ਸੀ, ਬਾਕੀ ਇਸਤਰੀਆਂ ਦੀ ਹਾਲਤ ਸੀ ਜਿਹੜੀ ਉਹ ਚੰਗੀ ਨਹੀਂ ਸੀ। ਗੁਰੂ ਜੀ ਨੇ ਇਸਤਰੀਆਂ 'ਤੇ ਹੋਣ ਵਾਲੇ ਅਤਿਆਚਾਰਾਂ ਦਾ ਵਿਰੋਧ ਕੀਤਾ, ਉਹਨਾਂ ਨੂੰ ਸਨਮਾਨ ਦਿੱਤਾ ਤੇ ਆਪਣੀ ਬਾਣੀ ਦੇ ਵਿੱਚ ਵੀ ਉਹਨਾਂ ਨੇ ਫਰਮਾਇਆ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਅੱਗੇ ਹਿੰਦੂ ਧਰਮ ਦੀਆਂ ਵੀ ਸੰਪਰਦਾਵਾਂ ਸੀ। ਇਹ 3 ਸੰਪਰਦਾਵਾਂ ਦੇ ਵਿੱਚ ਵੰਡਿਆ ਹੋਇਆ ਸੀ। ਤੁਸੀਂ ਦੇਖ ਸਕਦੇ ਹੋ ਇਹ ਤਿੰਨੇ, ਵੈਸ਼ਨਵ ਮਤ, ਸ਼ੈਵ ਮਤ ਤੇ ਸ਼ਾਕਤ ਮਤ। ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਬਾਰੇ ਕੀ ਵਿਚਾਰ ਸੀ ਬੱਚੋ, ਉਹ ਅਸੀਂ ਤੁਹਾਨੂੰ ਮਾਈਂਡ ਮੈਪ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ। ਇਹ ਮਾਈਂਡ ਮੈਪ ਆ ਜਿਹੜਾ ਤੁਸੀਂ ਆਪਣੀਆਂ ਕਾਪੀਆਂ ਦੇ ਉੱਤੇ ਬਣਾ ਸਕਦੇ ਹੋਗੇ। ਅੱਗੇ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿੱਚ। ਗੁਰੂ ਨਾਨਕ ਦੇਵ ਜੀ ਦਾ ਆਪਣਾ ਜਿਹੜਾ ਅੰਤਲਾ ਸਮਾਂ ਉਹ ਗੁਰੂ ਨਾਨਕ ਦੇਵ ਜੀ ਨੇ 1522 ਈਸਵੀ ਤੋਂ 1539 ਈਸਵੀ ਵਿੱਚ ਆ ਜਿਹੜਾ ਉਹ ਕਰਤਾਰਪੁਰ ਵਿਖੇ ਬਤਾਇਆ। ਇੱਥੇ ਇਹਨਾਂ ਨੇ ਬਾਰ ਮਲਾਰ, ਬਾਰ ਮਾਝ, ਬਾਰ ਆਸਾ, ਜਪਜੀ ਸਾਹਿਬ ਆਦਿ ਬਾਣੀਆਂ ਦੀ ਰਚਨਾ ਕੀਤੀ ਤੇ ਸੰਗਤ ਅਤੇ ਪੰਗਤ ਪ੍ਰਥਾ ਦੀ ਨੀਂਹ ਵੀ ਰੱਖੀ। ਤੇ 22 ਸਤੰਬਰ 1539 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਤੇ ਉਹਨਾਂ ਨੇ ਆਪਣੇ ਪਿਆਰੇ ਸਿੱਖ ਭਾਈ ਲਹਿਣਾ ਜੀ ਨੂੰ ਗਲ ਨਾਲ ਲਾ ਕੇ ਅੰਗਦ ਦਾ ਨਾਂ ਦੇ ਕੇ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਆਪ ਜੀ ਨੂੰ ਸ਼੍ਰੀ ਗੁਰੂ ਨਾਨਕ ਸ਼ਾਹ ਫਕੀਰ, ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ ਆ ਜਿਹੜਾ ਕਿਹਾ ਜਾਂਦਾ ਗਾ। ਆਪ ਜੀ ਨੇ ਵਿਸ਼ਵ ਭਾਈਚਾਰੇ ਵਿੱਚ ਸਾਂਝੀ ਬਾਲਤਾ ਦਾ ਸੁਨੇਹਾ ਦਿੱਤਾ ਤੇ ਉਹਨਾਂ ਦੀਆਂ ਸਿੱਖਿਆਵਾਂ ਨੇ ਜਿਹੜੀਆਂ ਉਹ ਸਿੱਖ ਧਰਮ ਦਾ ਮੂਲ ਆਧਾਰ ਬਣੀਆਂ। ਇਹਦੇ ਨਾਲ ਬੱਚੋ ਤੁਹਾਡਾ ਜਿਹੜਾ ਪਾਠ ਹੈਗਾ ਉਹ ਸਮਾਪਤ ਹੋ ਗਿਆ। ਅੱਗੇ ਅਸੀਂ ਅਭਿਆਸ ਪੁਸਤਕ ਦੇ ਪਿੱਛੇ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲੇ ਆ ਜਿਹੜੇ ਸਾਡੇ ਉਹ ਹੈ ਬਹੁ ਵਿਕਲਪੀ ਪ੍ਰਸ਼ਨ, ਇਹਨਾਂ ਨੂੰ ਤੁਸੀਂ ਟਿਕ ਕਰ ਲੈਣਾ ਗਾ ਆਪਦੀਆਂ ਕਿਤਾਬਾਂ ਦੇ ਉੱਪਰ। ਇਸ ਤੋਂ ਬਾਅਦ ਬੱਚਿਓ ਖਾਲੀ ਥਾਵਾਂ ਆ ਗਈਆਂ, ਇਹਨਾਂ ਨੂੰ ਤੁਸੀਂ ਆਪਦੀਆਂ ਕਿਤਾਬਾਂ ਦੇ ਉੱਪਰ ਟਿਕ ਕਰ ਸਕਦੇ ਹੋ। ਇਸ ਤੋਂ ਬਾਅਦ ਆ ਜਿਹੜੇ ਸਾਡੇ ਕੋਲੇ ਉਹ ਨੇ ਸਹੀ ਮਿਲਾਨ ਕਰੋ, ਸਹੀ ਮਿਲਾਨ ਨੂੰ ਤੁਸੀਂ ਟਿਕ ਕਰ ਸਕਦੇ ਹੋ। ਅੱਗੇ ਸਾਡੇ ਕੋਲੇ ਆ ਗਏ ਬੱਚਿਓ ਅੰਤਰ ਦੱਸੋ। ਅੰਤਰ ਦੱਸਣਾ ਹੈ ਅਸੀਂ ਮੁਸਲਿਮ ਉੱਚ ਵਰਗ ਤੇ ਮੱਧ ਵਰਗ ਵਿੱਚ। ਅਗਲੇ ਪੇਜ ਤੇ ਅਸੀਂ ਦੱਸਣਾ ਹੈ ਵੈਸ਼ਨਵ ਮਤ ਤੇ ਸ਼ੈਵ ਮਤ ਵਿੱਚ ਅੰਤਰ ਦੱਸਣਾ ਹੈਗਾ ਬੱਚਿਓ। ਇਸ ਤੋਂ ਬਾਅਦ ਸਾਡੇ ਕੋਲੇ ਛੋਟੇ ਪ੍ਰਸ਼ਨ ਆ ਗਏ, ਜਿਹੜੇ ਸਾਡੇ ਕੋਲੇ ਬਹੁਤ ਛੋਟੇ ਉੱਤਰਾਂ ਵਾਲੇ ਸਾਡੇ ਪ੍ਰਸ਼ਨ ਨੇ। ਇਹ 11 ਪ੍ਰਸ਼ਨ ਨੇ, ਇਹਨਾਂ ਦੇ ਉੱਤਰ ਆ ਜਿਹੜੇ ਤੁਸੀਂ ਉਹ ਆਪਣੀਆਂ ਕਾਪੀਆਂ ਤੇ ਨੋਟ ਕਰ ਲੈਣੇ ਆ ਬੱਚਿਓ। ਤੇ ਜੇਕਰ ਤੁਸੀਂ ਤੂੰ ਲਿਖਿਆ ਨਹੀਂ ਜਾ ਰਿਹਾ ਤਾਂ ਤੁਸੀਂ ਇਹਨੂੰ ਵੀਡੀਓ ਨੂੰ ਪੌਜ਼ ਕਰਕੇ ਰੋਕ ਕੇ ਉਸ ਜਗ੍ਹਾ ਦੇ ਉੱਤੇ ਤਾਂ ਪ੍ਰਸ਼ਨਾਂ ਦੇ ਉੱਤਰ ਆ ਜਿਹੜੇ ਉਹ ਆਪਣੇ ਉਤਾਰ ਸਕਦੇ ਹੋ। ਨਾਲ ਬੱਚਿਓ ਜਿਹੜੀ ਇਹ ਚੈਨਲ ਆ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਔਰ ਨੀਚੇ ਦੇ ਸਾਹਮਣੇ ਜਿਹੜਾ ਬੈਲ ਆਈਕਨ ਦਾ ਚਿੰਨ੍ਹ ਆ ਰਿਹਾ, ਨਿਸ਼ਾਨ ਆ ਰਿਹਾ, ਉਹਨੂੰ ਕਲਿੱਕ ਕਰ ਲਓ ਤਾਂ ਕਿ ਜਿਹੜੀਆਂ ਵੀਡੀਓ ਜਦੋਂ ਵੀ ਅਸੀਂ ਅਪਲੋਡ ਕਰੀਏ ਤਾਂ ਤੁਹਾਡੇ ਕੋਲ ਉਸੇ ਸਮੇਂ ਤੁਰੰਤ ਉਹਨਾਂ ਦਾ ਨੋਟੀਫਿਕੇਸ਼ਨ ਆ ਜੇ ਔਰ ਤੁਸੀਂ ਆਪਣਾ ਜਿਹੜੇ ਲੈਸਨ ਨੇ ਔਰ ਉਹਨਾਂ ਦੇ ਪ੍ਰਸ਼ਨ ਉੱਤਰ ਆਪਦੀਆਂ ਕਾਪੀਆਂ ਦੇ ਉੱਪਰ ਨੋਟ ਕਰ ਸਕੋ। ਅੱਗੇ ਸਾਡੇ ਕੋਲੇ ਇਸ ਤੋਂ ਅੱਗੇ ਆ ਗਏ ਸਾਡੇ ਕੋਲੇ ਅਗਲੇ ਪ੍ਰਸ਼ਨ ਨੇ ਜਿਹੜੇ ਸਾਡੇ ਕੋਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ। ਲੋਧੀ ਕਾਲ ਵਿੱਚ ਮੱਧ ਵਰਗ ਤੇ ਨੋਟ ਲਿਖੋ। ਅਗਲਾ ਜਿਹੜਾ ਸਾਡਾ ਪ੍ਰਸ਼ਨ ਹੈ ਬੱਚਿਓ ਇਹ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਰੀਤੀ ਰਿਵਾਜਾਂ ਦਾ ਖੰਡਨ ਕੀਤਾ ਤੇ ਲੋਧੀ ਕਾਲ ਵਿੱਚ ਮੁਸਲਿਮ ਵਰਗ ਤੇ ਨੋਟ ਲਿਖੋ। ਇਹ ਸਾਡੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਸੀ। ਇਸ ਤੋਂ ਬਾਅਦ ਸਾਡੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਆ ਜਿਹੜੇ ਬੱਚਿਓ ਉਹ ਆ ਗਏ। ਪਹਿਲਾ ਪ੍ਰਸ਼ਨ ਹੈ ਲੋਧੀ ਕਾਲ ਵਿੱਚ ਪੰਜਾਬ ਦੇ ਮੁਸਲਮਾਨਾਂ ਦੀ ਸਮਾਜਿਕ ਸਥਿਤੀ ਦਾ ਵਰਣਨ ਕਰੋ। ਇਹਦੇ ਵਿੱਚ ਪਹਿਲਾਂ ਅਸੀਂ ਮੁਸਲਮਾਨਾਂ ਦਾ ਲੈ ਲਿਆ, ਮੁਸਲਮਾਨਾਂ ਦੇ ਵਰਗ
ਉੱਚ ਵਰਗ। ਫਿਰ ਅਸੀਂ ਗੱਲ ਕਰਾਂਗੇ ਨੀਵਾਂ ਵਰਗ, ਮੱਧ ਵਰਗ, ਨੀਵਾਂ ਵਰਗ। ਫਿਰ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਸਮਾਜਿਕ ਅਤੇ ਧਾਰਮਿਕ ਅਵਸਥਾ ਦਾ ਵਰਣਨ ਕਰਾਂਗੇ। ਇਹ 'ਚ ਪਹਿਲਾਂ ਅਸੀਂ ਮੁਸਲਮਾਨਾਂ ਦੀ ਅਵਸਥਾ ਦਾ ਵਰਣਨ ਕਰਾਂਗੇ, ਮੁਸਲਮਾਨਾਂ ਦੇ ਵਰਗ, ਉੱਚ ਵਰਗ, ਮੱਧ ਵਰਗ, ਹੇਠਲਾ ਵਰਗ, ਹਿੰਦੂਆਂ ਦੀ ਅਵਸਥਾ, ਔਰਤਾਂ ਦੀ ਦਸ਼ਾ ਅਤੇ ਕੁਪ੍ਰਥਾਵਾਂ ਅਤੇ ਪਰਦਾ ਪ੍ਰਥਾ, ਘੁੰਡ ਕੱਢਣਾ। ਫਿਰ ਧਾਰਮਿਕ ਅਵਸਥਾ 'ਤੇ ਚਰਚਾ ਕਰਾਂਗੇ ਅਸੀਂ, ਵੈਸ਼ਨਵ ਮਤ, ਸ਼ੈਵ ਮਤ ਅਤੇ ਸ਼ਾਕਤ ਮਤ। ਫਿਰ ਸਾਡਾ ਅਗਲਾ ਪ੍ਰਸ਼ਨ ਆ ਗਿਆ, ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਪਹਿਲੀ ਉਦਾਸੀ ਦਾ ਵਰਣਨ ਵਿਸਥਾਰ ਸਹਿਤ ਕਰੋ। ਤਾਂ ਅਸੀਂ ਉਸ ਇਲਾਕਿਆਂ ਬਾਰੇ ਲਿਖਾਂਗੇ, ਸੈਯਦਪੁਰ, ਤੋਲੰਬਾ, ਕੁਰੂਕਸ਼ੇਤਰ ਅਤੇ ਪਾਣੀਪਤ, ਦਿੱਲੀ, ਹਰਿਦੁਆਰ, ਗੋਰਖਮਤਾ, ਬਨਾਰਸ, ਗਿਆ, ਅਸਾਮ, ਢਾਕਾ ਅਤੇ ਫਿਰ ਹੈ ਜਿਹੜੀ ਵਾਪਸੀ। ਅਗਲਾ ਸਾਡਾ ਜਿਹੜਾ ਲਾਸਟ ਪ੍ਰਸ਼ਨ ਹੈ ਉਹ ਹੈਗਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਪਰਮਾਤਮਾ ਦੀ ਮਹਿਮਾ। ਪਹਿਲਾਂ ਤਾਂ ਸਾਨੂੰ ਉਹਨਾਂ ਦੇ ਜੀਵਨ ਤੋਂ ਜਿਹੜੀ ਸਿੱਖਿਆ ਮਿਲਦੀ ਹੈ। ਫਿਰ ਹੈਗਾ ਸਤਨਾਮ ਦੇ ਜਾਪ 'ਤੇ ਜ਼ੋਰ, ਗੁਰੂ ਦਾ ਮਹੱਤਵ, ਕਰਮ ਸਿਧਾਂਤ ਵਿੱਚ ਵਿਸ਼ਵਾਸ, ਆਦਰਸ਼ ਗ੍ਰਸਤ ਜੀਵਨ 'ਤੇ ਜ਼ੋਰ, ਮਨੁੱਖ ਮਾਤਰ ਦੇ ਪ੍ਰੇਮ ਵਿੱਚ ਵਿਸ਼ਵਾਸ, ਜਾਤ ਪਾਤ ਦਾ ਖੰਡਨ, ਸਮਾਜ ਸੇਵਾ, ਮੂਰਤੀ ਪੂਜਾ ਦਾ ਖੰਡਨ। ਅੱਗੇ ਆ ਗਿਆ ਜੱਗ, ਬਲੀ ਅਤੇ ਫਜ਼ੂਲ ਦੇ ਕਰਮ ਕਾਂਡਾਂ ਵਿੱਚ ਅਵਿਸ਼ਵਾਸ, ਸਰਬਉੱਚ ਆਨੰਦ ਦੀ ਪ੍ਰਾਪਤੀ, ਨੈਤਿਕ ਜੀਵਨ ਉੱਤੇ ਜ਼ੋਰ। ਇਹਦੇ ਨਾਲ ਹੀ ਬੱਚੋ ਸਾਡਾ ਇਹ ਪਾਠ ਹੈ ਜਿਹੜਾ ਸਮਾਪਤ ਹੁੰਦਾ। ਅਗਲਾ 9ਵੀਂ ਜਮਾਤ ਦਾ ਲੈਸਨ ਲੈ ਕੇ ਜਲਦੀ ਹੀ ਮਿਲਾਂਗੇ। ਪੂਰੀ ਵੀਡੀਓ ਦੇਖਣ